पौलुस रसूल दी पत्री फिलिपियां नूं उसका पहला बाप। लिखतुम पौलुस और थिमोथियस मसीह यस्सू दे दास अगे जोग फिलिप्पे विच जिन्ने चिर मसीह यस्सू दे संत हन ਅਤੇ ਉਹਨਾਂ ਸਭਨਾਂ ਨੂੰ ਕਲੀਸਿया ਦੇ ਨਿਗਾਹਬਾਨਾਂ ਅਤੇ ਸੇਵਕਾਂ ਸਣੇ ਅਤੇ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਤੇ ਸ਼ਾਂਤੀ ਸਦਾ ਹੁੰਦੀ ਰਹੇ। ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਦੇ ਆਨੰਦ ਨਾਲ ਬੇਨਤੀ ਕਰਦਾ ਹਾਂ, ਇਸ ਲਈ ਜੋ ਤੁਸੀਂ ਪਹਿਲੇ ਦਿਨੋਂ ਹੁਣ ਤੱਕ ਪਰਮੇਸ਼ਰ ਦੀ ਖੁਸ਼ਖਬਰੀ ਦੇ ਫੈਲਾਉਣ ਵਿੱਚ ਸਾਂਝੀ ਰਹੇ ਅਤੇ ਇਸ ਗੱਲ ਦੀ ਮੈਨੂੰ ਪ੍ਰਤੀਤ ਹੈ ਕਿ ਜਿਨ੍ਹੇ ਤੁਹਾਡੇ ਵਿੱਚ ਸ਼ੁਭ ਕਰਮ ਦਾ ਮੁੱਢ ਧਾਰਿਆ ਸੋ ਯਿਸੂ ਮਸੀਹ ਦੇ ਦਿਨ ਤੋੜੀ ਉਹ ਪੂਰਾ ਕਰੇਗਾ। ਅਤੇ ਇਉਂ ਸਭਨਾਂ ਦੇ ਲਈ ਮੈਨੂੰ ਇਹੋ ਮੰਨਣਾ ਉਚਿਤ ਹੋਇਆ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਅਤੇ ਇਸ ਲਈ ਜੋ ਮੇਰੇ ਬੰਧਨਾਂ ਵਿੱਚ ਅਤੇ ਮੇਰੇ ਨਾਲ ਖੁਸ਼ਖਬਰੀ ਦੇ ਨਿਮਿਤ ਉੱਤਰ ਅਤੇ ਪ੍ਰਮਾਣ ਦੇ ਕੇ ਅਤੇ ਤੁਸੀਂ ਸਭ ਮੇਰੀ ਕਿਰਪਾ ਦੇ ਨਾਲ ਸਾਂਝੀ ਹੋ। ਮੇਰਾ ਪਰਮੇਸ਼ਰ ਮੇਰਾ ਗਵਾਹ ਹੈ ਅਤੇ ਮੈਂ ਜੋ ਯਿਸੂ ਮਸੀਹ ਦਾ ਅਤੇ ਜਿਹੜੇ ਨਾਲ ਹਿੱਤ ਕਰਕੇ ਤੁਸਾਂ ਸਭਨਾਂ ਨੂੰ ਕਿੰਨਾ ਹੀ ਲੋਚਦਾ ਹਾਂ ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪ੍ਰਕਾਰ ਦੀ ਵਿਵੇਕ ਨਾਲ ਹੋਰ ਵੱਧਦਾ ਚਲਾ ਜਾਵੇ ਅਤੇ ਭਈ ਤੁਸੀਂ ਚੰਗੇ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਹੋਵੋ ਅਤੇ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਅਤੇ ਪਰਮੇਸ਼ਰ ਦੀ ਵਡਿਆਈ ਦੀ ਭਲਾਈ ਕਰੋ ਅਤੇ ਉਸਤਤ ਹੋਵੇ। ਹੇ ਪ੍ਰਭੂ, ਮੈਂ ਚਾਹੁੰਦਾ ਹਾਂ ਜੋ ਤੁਸੀਂ ਜਾਣੋ ਭਈ ਮੇਰੇ ਉੱਤੇ ਜੋ ਕੁਝ ਬੀਤਿਆ ਹੈ ਸੋ ਅੰਜੀਲ ਦੇ ਫੈਲਰ ਜਾਣ ਦਾ ਕਾਰਨ ਹੀ ਹੋਇਆ ਹੈ। ਇੱਥੋਂ ਤੋੜੀ ਜੋ ਸਾਰੀ ਪਾਤਸ਼ਾਹੀ ਪਲਟਨ ਔਰ ਹੋਰਨਾਂ ਸਭਨਾਂ ਨੂੰ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਿਮਿਤ ਹਨ ਔਰ ਬਹੁਤੇ ਜੋ ਪ੍ਰਭੂ ਵਿੱਚ ਪਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਗੜੇ ਹੋ ਕੇ ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਲੇਰ ਹੋ ਗਏ ਹਨ। ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਅਤੇ ਕਈ ਮਸੀਹ ਨਾਲ ਪ੍ਰਚਾਰ ਕਰਦੇ ਹਨ। ਇਹ ਤਾਂ ਪ੍ਰੇਮ ਨਾਲ ਕਰਦੇ ਹਨ ਅਤੇ ਇਹ ਜਾਣ ਕੇ ਭਾਈ ਮੈਂ ਅੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ, ਪਰ ਉਹ ਨਿਸ਼ਕਪਤਾ ਤਾਂ ਨਹੀਂ ਸਗੋਂ ਧੜੇਬਾਜ਼ੀ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ। ਇਹ ਸਮਝ ਕੇ ਭਾਈ ਮੇਰੇ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪਹੁੰਚਾਉਣ ਤਾਂ ਕੀ ਹੋਇਆ, ਭਾਵੇਂ ਬਹਾਨੇ ਸੱਚਾਈ ਨਾਲ ਹਰ ਤਰ੍ਹਾਂ ਮਸੀਹ ਦਾ ਪ੍ਰਚਾਰ ਹੁੰਦਾ ਹੈ ਅਤੇ ਇਸੇ ਗੱਲੇ ਮੈਂ ਆਨੰਦ ਹਾਂ ਅਤੇ ਆਨੰਦ ਹੀ ਰਹਾਂਗਾ। ਅਤੇ ਕਿਉਂ ਜੋ ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੀ ਆਤਮਾ ਤੋਂ ਦੀ ਸਹਾਇਤਾ ਤੋਂ ਇਹ ਮੁਕਤੀ ਮੇਰੇ ਲਈ ਨਿਕਲੇਗੀ ਅਤੇ ਮੇਰੀ ਡੂੰਘੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲੱਜਿਆਵਾਨ ਨਾ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਸਦਾ ਤਿਵੇਂ ਹੁਣ ਵੀ ਮੇਰੀ ਦੇਹੀ ਵਿੱਚ ਭਾਵੇਂ ਜਿਉਣ ਤੋਂ ਭਾਵੇਂ ਮਰਨ ਤੋਂ ਭਾਵੇਂ ਮਸੀਹ ਤੋਂ ਵਡਿਆਈ ਹੋਵੇਗੀ। ਕਿਉਂਕਿ ਜਿਉਣਾ ਮੇਰੇ ਲਈ ਮਸੀਹ ਅਤੇ ਮਰਨਾ ਮੇਰੇ ਲਈ ਲਾਭ ਹੈ। ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ ਜੋ ਇਸ ਤਰ੍ਹਾਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਕਿਹਨੂੰ ਚੁਣਾ, ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਅਤੇ ਇਸ ਲਈ ਜੋ ਬਹੁਤ ਉੱਤਮ ਹੈ, ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਨਿਮਿਤ ਵਧੀਕ ਲੋੜੀਂਦਾ ਹੈ ਅਤੇ ਇਸ ਗੱਲ ਦੀ ਪ੍ਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸਾਂ ਸਭਨਾਂ ਨਾਲ ਠਹਿਰਾਂਗਾ ਅਤੇ ਤੁਹਾਡੀ ਨੇਚਾ ਵਿੱਚ ਅਤੇ ਤੁਹਾਡੀ ਉੱਨਤੀ ਦੇ ਆਨੰਦ ਹੋਵਾਂ ਅਤੇ ਤੁਸੀਂ ਤਾਂ ਜੋ ਮਸੀਹ ਵਿੱਚ ਤੁਹਾਡਾ ਅਭਿਮਾਨ ਹੋਵੇ ਸੋ ਮੇਰੇ ਉੱਤੇ ਅਤੇ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ। ਨਿਰੀ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਅਤੇ ਇਸ ਲਈ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੇ ਪਰੋਖੇ ਹੋਵਾਂ, ਪਰ ਤੁਹਾਡੀ ਇਹ ਵਿਥਿਆ ਸੁਣਾ ਤੁਸੀਂ ਸਭੇ ਇੱਕੋ ਆਤਮਾ ਵਿੱਚ ਦ੍ਰਿੜ ਅਤੇ ਇੱਕ ਮਨ ਹੋ ਕੇ ਖੁਸ਼ਖਬਰੀ ਦੀ ਨੇਚਾ ਲਈ ਯਤਨ ਕਰਦੇ ਹੋ ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ, ਜਿਹੜਾ ਉਹਨਾਂ ਲਈ ਨਾਸ਼ ਦਾ ਪੱਕਾ ਨਿਸ਼ਾਨ ਹੈ, ਪਰ ਤੁਹਾਡੀ ਮੁਕਤੀ ਦਾ ਅਤੇ ਪਰਮੇਸ਼ਵਰ ਦੀ ਵੱਲੋਂ ਹੈ। ਕਿਉਂ ਜੋ ਮਸੀਹ ਦੇ ਲਈ ਸਾਡੇ ਉੱਤੇ ਕਿਰਪਾ ਹੋਈ ਅਤੇ ਤੁਸੀਂ ਕੇਵਲ ਉਸ ਦੇ ਉੱਤੇ ਨੇਚਾ ਹੀ ਕਰੋ, ਸਗੋਂ ਉਹਦੇ ਲਈ ਦੁੱਖ ਵੀ ਝੱਲੋ ਅਤੇ ਤੁਸੀਂ ਉਹੋ ਜਿਹਾ ਯਤਨ ਕਰੋ ਜੋ ਮੈਂ ਤੁਹਾਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ। ਦੂਜਾ ਬਾਪ। ਸੋ ਜੇ ਮਸੀਹ ਵਿੱਚ ਕੁਝ ਦਿਲਾਸਾ ਹੈ, ਜੇ ਪ੍ਰੇਮ ਦੀ ਕੁਝ ਤਸੱਲੀ, ਜੇ ਆਤਮਾ ਦੀ ਕੁਝ ਸਾਂਝ, ਜੇ ਕੁਝ ਦਿਆਲਗੀ ਅਤੇ ਦਰਦਮੰਦੀ ਹੈ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ। ਭਾਈ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਚਿੱਤ, ਇੱਕ ਮਤ ਹੋਵੇ, ਧੜੇਬਾਜ਼ੀਆਂ ਅਥਵਾ ਡੋਂਗੇ ਫੁੱਟਾਂ ਅਤੇ ਫੋਕੇ ਕਮੰਡ ਨਾ ਕਰੋ, ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਜੇ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਅਤੇ ਤੁਹਾਡੇ ਵਿੱਚੋਂ ਇੱਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ। ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਸੀ।
ਕੀ ਤੁਸੀਂ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣਾ ਅਤੇ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸ ਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਮੌਤ ਤਾਈਂ ਸਾਡੇ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤਿ ਉੱਚਾ ਕੀਤਾ ਅਤੇ ਉਸ ਨੂੰ ਉਹਦਾ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ, ਭਾਈ ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਲਿਆ ਅਤੇ ਧਰਤੀ ਉਤਲਿਆ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ਬਾਨ ਪਰਮੇਸ਼ਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਅਤੇ ਜੋ ਯਿਸੂ ਮਸੀਹ ਪ੍ਰਭੂ ਹੈ। ਅਤੇ ਇਸ ਲਈ ਹੈ ਮੇਰੇ ਪਿਆਰਿਓ, ਜਿਵੇਂ ਤੁਸਾਂ ਸਦਾ ਆਗਿਆਕਾਰੀ ਕੀਤੀ, ਨਿਰੇ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਪਰੋਖੇ ਦੇ ਹੁੰਦਿਆਂ ਵੀ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਭਾਓ, ਕਿਉਂ ਜੋ ਪਰਮੇਸ਼ਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਅਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ। ਤੁਸੀਂ ਸਭ ਕੰਮ ਬੁੜ ਕਰਕੇ ਅਤੇ ਝਗੜੇ ਕਰਨ ਤੋਂ ਬਿਨਾਂ ਨਾ ਕਰੋ, ਭਾਈ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ਰ ਦੇ ਨਿਰਮਲ ਬਾਲਕ ਬਣੋ ਅਤੇ ਜਿਨ੍ਹਾਂ ਵਿੱਚ ਤੁਸੀਂ ਜਗਤ ਅਤੇ ਜੋਤਾਂ ਵਾਂਗੂ ਦਿਸਦੇ ਹੋਵੋ ਅਤੇ ਜੀਵਨ ਦਾ ਵਚਨ ਪੇਸ਼ ਕਰਦੇ ਹੋਵੋ, ਤਾਂ ਜੋ ਮਸੀਹ ਦੇ ਦਿਨ ਮੈਨੂੰ ਅਪਮਾਨ ਕਰਨ ਦੀ ਥਾਂ ਭਾਈ ਮੇਰੀ ਦੌੜ ਉੱਤੇ ਤੇ ਮੇਰੀ ਮਿਹਨਤ ਅਕਰਥ ਨਹੀਂ ਗਈ, ਭਾਵੇਂ ਮੈਂ ਤੁਹਾਡੀ ਨਿਹਚਾ ਦੇ ਬਲੀਦਾਨ ਅਤੇ ਸੇਵਕਾਂ ਉੱਤੇ ਵਹਾਇਆ ਜਾਂਦਾ ਹਾਂ, ਤਾਂ ਵੀ ਮੈਂ ਆਨੰਦ ਕਰਦਾ ਹਾਂ ਅਤੇ ਤੁਹਾਨੂੰ ਸਭਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਇਸੇ ਤਰ੍ਹਾਂ ਤੁਸੀਂ ਵੀ ਆਨੰਦ ਕਰਦੇ ਹੋ ਅਤੇ ਮੈਨੂੰ ਵੀ ਵਧਾਈ ਦਿਓ। ਪਰ ਮੈਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਉੱਤੇ ਆਸ ਹੈ ਜੋ ਤਿਮੋਥੀਅਸ ਨੂੰ ਛੇਤੀ ਤੁਹਾਡੇ ਕੋਲ ਕੱਲ ਦਿਆਂ, ਭਈ ਤੁਹਾਡੀ ਬੀਤੀਆਂ ਨੂੰ ਸੁਣਨ, ਜੋ ਮੇਰਾ ਮਨ ਵੀ ਸ਼ੀਤਲ ਹੋਵੇ, ਕਿਉਂ ਜੋ ਉਹਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੀ ਚਿੰਤਾ ਕਰੇ, ਕਿਉਂ ਜੋ ਸਾਰੇ ਆਪੋ ਵਿੱਚ ਆਪਣੇ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ, ਪਰ ਉਹਦੀ ਖੂਬੀ ਨੂੰ ਤੁਸੀਂ ਜਾਣ ਚੁੱਕੇ ਹੋ। ਭਾਈ ਜਿਵੇਂ ਪੁੱਤਰ ਪਿਓ ਦੀ ਸੇਵਾ ਕਰਦਾ ਹੈ, ਤਿਵੇਂ ਹੀ ਉਹਨੇ ਮੇਰੇ ਨਾਲ ਅੰਜੀਲ ਦੀ ਸੇਵਾ ਕੀਤੀ। ਸੋ ਮੈਨੂੰ ਆਸ ਹੈ ਕਿ ਉਹ ਮੇਰੇ ਵੇਲੇ ਵੇਖ ਲਵਾਂ ਜੋ ਮੇਰਾ ਹਾਲ ਕੀ ਹੋਵੇਗਾ, ਤਾਂ ਝੱਟ ਉਹਨੂੰ ਕੱਲ ਦਿਆਂ। ਪਰ ਮੈਨੂੰ ਪ੍ਰਭੂ ਉੱਤੇ ਪ੍ਰਤੀਤ ਹੈ ਜਵਾਬ ਛੇਤੀ ਆਵੇਗਾ। ਪਰ ਇਪਰਾਦੂਸਿਸ ਜੋ ਮੇਰਾ ਭਰਾ ਹੈ ਅਤੇ ਮੇਰੇ ਨਾਲ ਕੰਮ ਕਰਨ ਵਾਲਾ ਹੈ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸ਼ੀ ਅਤੇ ਮੇਰੀ ਥੁੜ ਪੂਰਾ ਕਰਨ ਵਾਲਾ ਹੈ, ਅਤੇ ਮੈਂ ਉਸ ਨੂੰ ਤੁਹਾਡੇ ਕੋਲ ਕੱਲਣਾ ਜ਼ਰੂਰੀ ਜਾਣਿਆ, ਇਸ ਲਈ ਜੋ ਉਹ ਤੁਸਾਂ ਸਭਨਾਂ ਨੂੰ ਲੋਚਦਾ ਸੀ ਅਤੇ ਤੁਸਾਂ ਸਭਨਾਂ ਨੇ ਜੋ ਸੁਣਿਆ ਉਹ ਮੰਨਦਾ ਪਿਆ ਹੈ, ਇਸ ਕਰਕੇ ਉਹ ਉਦਾਸ ਰਹਿੰਦਾ ਹੈ। ਅਤੇ ਤੁਸੀਂ ਸੱਚੀ ਮੁੱਚੀ ਉਸ ਨੂੰ ਮੰਨਦਾ ਸੀ ਅਤੇ ਉਹ ਮੁੰਡਰਾਊ ਹੋ ਗਿਆ ਸੀ, ਪਰੰਤੂ ਪਰਮੇਸ਼ਰ ਨੇ ਉਸ ਉੱਤੇ ਦਇਆ ਕੀਤੀ ਅਤੇ ਨਿਰੇ ਉਸ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ, ਅਤੇ ਮਤੇ ਮੈਨੂੰ ਸ਼ੱਕ ਤੋਂ ਅਤੇ ਸ਼ੋਕ ਪਵੇ, ਅਤੇ ਇਸ ਲਈ ਮੈਂ ਹੋਰਨਾਂ ਵੀ ਯਤਨ ਕਰਕੇ ਉਹਨੂੰ ਕੱਲਿਆ, ਭਈ ਉਹਨੂੰ ਫੇਰ ਵੇਖ ਕੇ ਆਨੰਦ ਹੋਵੇ ਅਤੇ ਮੇਰਾ ਹੋਰ ਵੀ ਸ਼ੌਕ ਘਟ ਜਾਵੇ। ਸੋ ਤੁਸੀਂ ਉਹਨੂੰ ਪ੍ਰਭੂ ਵਿੱਚ ਪੂਰੇ ਆਨੰਦ ਨਾਲ ਕਬੂਲ ਕਰੋ ਅਤੇ ਇਹੋ ਜਿਹੀਆਂ ਦਾ ਆਦਰ ਕਰੋ, ਇਸ ਕਰਕੇ ਜੋ ਮਸੀਹ ਦੇ ਕੰਮ ਕਰਨ ਲਈ ਮੌਤ ਦੇ ਮੂੰਹ ਵਿੱਚ ਆਇਆ, ਕਿਉਂ ਜੋ ਮੇਰੀ ਟਹਿਲ ਕਰਨ ਵਿੱਚ ਜੋ ਤੁਹਾਡੇ ਵੱਲੋਂ ਥੋੜ੍ਹ ਸੀ ਅਤੇ ਉਹਨੂੰ ਪੂਰਾ ਕਰਨ ਲਈ ਉਹਨੇ ਆਪਣੀ ਜਾਨ ਤਲੀ ਉੱਤੇ ਧਰ ਦਿੱਤੀ। ਤੀਜਾ ਬਾਪ। ਮੁੱਕਦੀ ਗੱਲ ਹੈ ਭਰਾਵੋ, ਪ੍ਰਭੂ ਵਿੱਚ ਆਨੰਦ ਰਹੋ। ਉਹ ਗੱਲਾਂ ਮੈਂ ਤੁਹਾਨੂੰ ਮੁੜ ਲਿਖਣ ਤੋਂ ਨਹੀਂ ਅੱਕਦਾ ਅਤੇ ਤੁਹਾਡੇ ਲਈ ਬਹੁਤ ਬਚਾਓ ਦਾ ਕਾਰਨ ਹੈ। ਕੁੱਤਿਆਂ ਤੋਂ ਸੁਚੇਤ ਰਹੋ, ਕੁਕਰਮੀਆਂ ਤੋਂ ਸੁਚੇਤ ਰਹੋ, ਲਿੰਗ ਕੱਟਣ ਵਾਲਿਆਂ ਤੋਂ ਸੁਚੇਤ ਰਹੋ, ਕਿਉਂ ਜੋ ਸੁਣਤੀ ਤਾਂ ਅਸੀਂ ਜਿਹੜੇ ਪਰਮੇਸ਼ਰ ਦੇ ਆਤਮਾ ਨਾਲ ਭਜਨ ਗਾਉਂਦੇ ਹਾਂ ਅਤੇ ਮਸੀਹ ਯਿਸੂ ਉੱਤੇ ਬਿਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ, ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ ਹਾਂ। ਜੇ ਕੋਈ ਹੋਰ ਆਪਣੇ ਪਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ। ਜਨਮ ਤੋਂ 8ਵੇਂ ਦਿਨ ਦਾ ਸੁਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਇਬਰਾਨੀਆਂ ਦਾ ਇਬਰਾਨੀ ਹਾਂ, ਅਤੇ ਸ਼ਰ੍ਹਾ ਦੀ ਪੁੱਛੋ ਤਾਂ ਫਰੀਸੀ, ਅਣਖ ਦੀ ਪੁੱਛੋ ਤਾਂ ਕਲੀਸਿਆ ਦਾ ਸਤਾਉਣ ਵਾਲਾ, ਸ਼ਰ੍ਹਾ ਵਾਲੇ ਧਰਮ ਦੇ ਪੁੱਛੋ ਤਾਂ ਨਿਰਦੋਸ਼। ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਣੀ ਦਿੱਤੀਆਂ, ਅਤੇ ਸਗੋਂ ਮਸੀਹ ਯਿਸੂ ਦੇ ਆਪਣੇ ਗਿਆਨ ਦੇ ਅਤੇ ਉਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਣੀ ਸਮਝਿਆ, ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਨੂੰ ਹਾਣੀ ਚੱਲੀ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ, ਭਈ ਮੈਂ ਮਸੀਹ ਨੂੰ ਖੱਟ ਲਵਾਂ ਅਤੇ ਉਸ ਵਿੱਚ ਪਾਇਆ ਜਾਵਾਂ, ਅਤੇ ਉਹ ਮੇਰੇ ਵਿੱਚ ਅਤੇ ਮੇਰੇ ਸਹਿਤ ਧਰਮ ਦੇ ਨਾਲ ਨਹੀਂ, ਸਗੋਂ ਜਿਹੜਾ ਸ਼ਰ੍ਹਾ ਤੋਂ ਹੁੰਦਾ ਹੈ ਉਹ ਧਰਮ ਸਹਿਤ ਜਿਹੜਾ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ, ਅਰਥਾਤ ਉਸ ਧਰਮ ਸਹਿਤ ਜਿਹੜਾ ਮਸੀਹ ਪਰਮੇਸ਼ਵਰ ਵੱਲੋਂ ਨਿਹਚਾ ਦੇ ਰਾਹੀਂ ਪ੍ਰਾਪਤ ਹੁੰਦਾ ਹੈ, ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀ ਉੱਠਣ ਦੀ ਸ਼ਕਤੀ ਨੂੰ, ਉਹਦੇ ਦੁੱਖਾਂ ਨੂੰ ਸਾਂਝ ਵਿੱਚ ਜਾਣ ਲਵਾਂ
ਅਤੇ ਜੋ ਮੇਰੇ ਮੌਤ ਦੇ ਸਰੂਪ ਦੇ ਨਾਲ ਮਿਲ ਜਾਵੇ, ਭਾਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤਿੱਕਰ ਆਪਣਾ। ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ ਹੈ, ਅਰਥਾਤ ਮੈਂ ਅਜੇ ਸਿੱਧਾ ਹੋ ਗਿਆ ਹਾਂ, ਪਰ ਮੇਰੇ ਪਿੱਛੋਂ ਲੱਗਿਆ ਆਉਂਦਾ ਹੈ, ਭਾਵੇਂ ਮੈਂ ਕਿਵੇਂ ਉਸ ਨੂੰ ਗਲ ਵਿੱਚ ਹੱਥ ਪਾ ਲਵਾਂ, ਅਤੇ ਇਸ ਲਈ ਮਸੀਹ ਯਿਸੂ ਨੇ ਵੀ ਮੈਨੂੰ ਹੱਥ ਪਾਇਆ ਸੀ। ਹੇ ਪ੍ਰਭੂ, ਮੈਂ ਆਪਣੇ ਲਈ ਨਹੀਂ ਸਮਝਦਾ ਜੋ ਅਜੇ ਹੱਥ ਪਾ ਲਿਆ ਹੈ, ਅਤੇ ਐਨਾ ਹਾਂ ਜੋ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਉਹਨਾਂ ਗੱਲਾਂ ਵਿੱਚ ਜਿਹੜੀਆਂ ਅੱਗੇ ਗਾਹਾਂ ਨੂੰ ਵੱਧ ਕੇ ਅਤੇ ਨਿਸ਼ਾਨ ਵਾਲੇ ਦੱਬੀ ਜਾਂਦੇ ਹਾਂ, ਭਾਈ ਉਸ ਉੱਪਰਲੇ ਸੱਤ ਦਾ ਇਨਾਮ ਲਵਾਂ ਜੋ ਪਰਮੇਸ਼ਵਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ। ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖਿਆਲ ਰੱਖੀਏ, ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਕੋਈ ਤਰ੍ਹਾਂ ਦਾ ਖਿਆਲ ਹੋਵੇ ਤਾਂ ਪਰਮੇਸ਼ਵਰ ਉੱਤੇ ਉਹ ਪ੍ਰਗਟ ਕਰ ਦੇਵੇਗਾ, ਪਰ ਜਿੱਥੇ ਥੋੜ੍ਹੀ ਅਸੀਂ ਆਪਣੇ ਅਤੇ ਉਸ ਦੇ ਅਨੁਸਾਰ ਚੱਲੀਏ। ਹੇ ਪ੍ਰਭੂ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਹਨਾਂ ਵੱਲ ਧਿਆਨ ਰੱਖੋ ਜੋ ਕੋਈ ਇਹ ਸਿੱਧੀ ਚਾਲ ਚੱਲਦਾ ਹੈ, ਜਿਵੇਂ ਅਸੀਂ ਤੁਹਾਡੇ ਨਮੂਨੇ ਹਾਂ, ਕਿਉਂਕਿ ਬਾਲੇ ਅਜਿਹੇ ਹਨ ਅਤੇ ਜਿਨ੍ਹਾਂ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਕੁੱਦਣ ਅਤੇ ਰੋਣ ਨੂੰ ਆਖਦਾ ਹਾਂ, ਜੋ ਮਸੀਹ ਦੀ ਸਲੀਬ ਦੇ ਵੈਰੀ ਹਨ ਅਤੇ ਜਿਨ੍ਹਾਂ ਦਾ ਅੰਤ ਵਿਨਾਸ਼ ਹੈ, ਅਤੇ ਜਿਨ੍ਹਾਂ ਦਾ ਈਸ਼ਵਰ ਢਿੱਡ ਹੈ, ਅਤੇ ਜਿਨ੍ਹਾਂ ਦਾ ਕਮੰਡ ਅਤੇ ਸ਼ਰਮ ਉੱਤੇ ਹੈ, ਅਤੇ ਉਹਨਾਂ ਦੀ ਮਨ ਦੀ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ। ਕਿਉਂ ਜੋ ਅਸੀਂ ਸਵਰਗ ਦੀ ਪ੍ਰਜਾ ਹਾਂ, ਜਿੱਥੋਂ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ, ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ, ਜਿਹਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ, ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈ ਬਣਾਵੇਗਾ। ਚੌਥਾ ਬਾਪ। ਸੋ ਹੇ ਮੇਰੇ ਪਿਆਰੇ ਪ੍ਰਭੂ, ਜਿਨ੍ਹਾਂ ਨੂੰ ਮੈਂ ਬਹੁਤ ਲੋਚਦਾ ਹਾਂ, ਜੋ ਮੇਰਾ ਮਨ ਆਨੰਦ ਹੁੰਦਾ ਹੈ ਅਤੇ ਮੁਕਤ ਹੋ, ਇਸੇ ਤਰ੍ਹਾਂ ਹੇ ਪਿਆਰਿਓ ਪ੍ਰਭੂ ਵਿੱਚ ਦ੍ਰਿੜ ਰਹੋ। ਮੈਂ ਯਹੂਦੀਆਂ ਦੇ ਅੱਗੇ ਬੇਨਤੀ ਕਰਦਾ ਅਤੇ ਉਹਨਾਂ ਤੋਂ ਸੰਤੋਖੇ ਦੇ ਅੱਗੇ ਬੇਨਤੀ ਕਰਦਾ ਹਾਂ, ਭਈ ਉਹ ਪ੍ਰਭੂ ਵਿੱਚ ਇੱਕ ਮਨ ਹੋਣ। ਹਾਂ, ਤੇਰੇ ਅੱਗੇ ਵੀ ਹੇ ਸੱਚੇ ਸਾਥੀ ਮੈਂ ਅਰਦਾਸ ਕਰਦਾ ਹਾਂ, ਜੋ ਤੂੰ ਇਹਨਾਂ ਤੀਵੀਆਂ ਦੀ ਸਹਾਇਤਾ ਕਰ, ਜਿਨ੍ਹਾਂ ਨੇ ਕਲੇਮਸ ਅਤੇ ਹੋਰਨਾਂ ਨਾਲ ਮੇਰੇ ਨਾਲ ਕੰਮ ਕਰਨ ਵਾਲਿਆਂ ਸਣੇ, ਜਿਨ੍ਹਾਂ ਨੇ ਨਵੇਂ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ਵਰ ਦੀ ਖੁਸ਼ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਸੀ। ਪ੍ਰਭੂ ਵਿੱਚ ਸਦਾ ਆਨੰਦ ਕਰੋ। ਫੇਰ ਕਹਿੰਦਾ ਹਾਂ, ਸਦਾ ਆਨੰਦ ਕਰੋ। ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਵੇ। ਪ੍ਰਭੂ ਨੇੜੇ ਹੈ। ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਵੇਲੇ ਹਰ ਗੱਲ ਤੁਹਾਡੀਆਂ ਅਰਦਾਸਾਂ ਅਤੇ ਪ੍ਰਾਰਥਨਾਵਾਂ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਵਰ ਦੇ ਅੱਗੇ ਬੇਨਤੀ ਕਰੋ, ਅਤੇ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਲੋਚੇ ਅਤੇ ਸੋਚਾਂ ਵਿੱਚ ਰਾਖੀ ਕਰੇ। ਮੁੱਕਦੀ ਗੱਲ ਹੈ ਪ੍ਰਭੂ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਯਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਣੀਆਂ ਹਨ ਅਤੇ ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੋ ਕੁਝ ਸੋਭਾ ਹੈ, ਅਤੇ ਇਹਨਾਂ ਗੱਲਾਂ ਵਿੱਚ ਵਿਚਾਰ ਕਰੋ। ਜੋ ਤੁਸਾਂ ਸਭ ਸਿੱਖਿਆ ਨੂੰ ਮੰਨ ਲਿਆ ਹੈ ਅਤੇ ਸੁਣਿਆ ਅਤੇ ਸਭ ਮੇਰੇ ਵਿੱਚ ਡਿੱਠਾ, ਉਹੀ ਕਰੋ, ਤਾਂ ਸ਼ਾਂਤੀ ਦਾ ਦਾਤਾ ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਵੇਗਾ। ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਬਹੁਤ ਆਨੰਦ ਹਾਂ, ਜੋ ਹੁਣ ਇੰਨੇ ਚਿਰ ਪਿੱਛੋਂ ਤੁਸਾਂ ਮੁੜ ਮੇਰੀ ਚਿੰਤਾ ਕੀਤੀ। ਤੁਸਾਂ ਮੇਰੇ ਅੱਗੇ ਮੇਰੀ ਚਿੰਤਾ ਕੀਤੀ, ਪਰ ਵੇਲਾ ਹੱਥ ਨਾ ਲੱਗਾ। ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ, ਕਿਉਂ ਜੋ ਮੈਂ ਇਹ ਸਿੱਖ ਲਿਆ ਹੈ, ਭਾਈ ਜਿਸ ਹਾਲ ਵਿੱਚ ਹੋਵਾਂ ਉਸੇ ਹਾਲ ਵਿੱਚ ਸੰਤੋਖ ਰੱਖਾਂ। ਮੈਂ ਘਟਣਾ ਜਾਣਦਾ ਹਾਂ, ਨਾਲੇ ਵਧਣਾ ਵੀ ਜਾਣਦਾ ਹਾਂ। ਹਰੇਕ ਗੱਲ ਵਿੱਚ ਕੀ ਰੱਜਣਾ, ਕੀ ਭੁੱਖਾ ਰਹਿਣਾ, ਕੀ ਵਧਣਾ, ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਦ ਪਾਇਆ ਹੈ। ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ, ਸਭ ਕੁਝ ਕਰ ਸਕਦਾ ਹਾਂ। ਤਾਂ ਵੀ ਤੁਸਾਂ ਭਲਾ ਕੀਤਾ ਜੋ ਇਸ ਬਿਪਤਾ ਵਿੱਚ ਮੇਰੇ ਸਾਂਝੀ ਹੋਏ। ਹੇ ਫਿਲਿੱਪੀਓ, ਤੁਸੀਂ ਆਪ ਵੀ ਜਾਣਦੇ ਹੋ, ਭਾਈ ਜਦ ਮੈਂ ਖੁਸ਼ਖਬਰੀ ਪਹਿਲਾਂ ਸੁਣਾਉਣ ਲੱਗਾ, ਜਦ ਮੈਂ ਮਕਦੂਨੀਆ ਤੋਂ ਨਿਕਲ ਆਇਆ, ਤਾਂ ਕਿਸੇ ਕੈਸਰੀਆਂ ਨੇ ਨਾਲ ਲੈਣ ਦੇਣ ਦੀ ਗੱਲ ਨਾਲ ਮੇਰਾ ਨਾ ਸਾਥ ਦਿੱਤਾ, ਪਰ ਕੇਵਲ ਤੁਸਾਂ। ਕਿਉਂ ਜੋ ਥਸਲਨੀਕੇ ਵਿੱਚ ਵੀ ਤੁਸਾਂ ਮੇਰੀ ਲੋੜ ਪੂਰੀ ਕਰਨ ਲਈ ਇਕੇਰਾ ਨਹੀਂ, ਸਗੋਂ ਕਈਆਂ ਨੂੰ ਵੇਲਾ ਹੋਰ ਕੁਝ ਕਰ ਦਿੱਤਾ। ਅਤੇ ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ, ਪਰ ਮੈਂ ਕੁਝ ਫਲ ਚਾਹੁੰਦਾ ਹਾਂ, ਜੋ ਤੁਹਾਡੇ ਲੇਖੇ ਵਿੱਚ ਵੱਧਦਾ ਜਾਂਦਾ ਹਾਂ। ਅਤੇ ਮੈਨੂੰ ਸਭੋ ਕੁਝ ਮਿਲ ਗਿਆ ਹੈ, ਸਗੋਂ ਵਾਧੂ ਹੈ। ਮੈਂ ਭਰਪੂਰ ਹਾਂ, ਕਿਉਂ ਜੋ ਤੁਹਾਡੇ ਭੇਜੇ ਹੋਏ ਪਦਾਰਥ ਇਸਤੋਫਾਸ ਦੇ ਹੱਥੋਂ ਮਿਲੇ, ਅਤੇ ਧੂਪ ਦੀ ਸੁਗੰਧ ਇਹੋ ਜਿਹਾ ਮੇਰੇ ਪ੍ਰਵਾਨ ਬਲੀਦਾਨ ਹੈ ਜੋ ਪਰਮੇਸ਼ਵਰ ਨੂੰ ਪਾਉਂਦਾ ਹੈ। ਅਤੇ ਮੇਰਾ ਪਰਮੇਸ਼ਵਰ ਤੇਜ ਵਿੱਚ ਆਪਣੇ ਮਨ ਦੇ ਅਨੁਸਾਰ ਤੁਹਾਡੀ ਹਰੇਕ ਥੋੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ। ਹੁਣ ਸਾਡੇ ਪਰਮੇਸ਼ਵਰ ਪਿਤਾ ਦੀ ਜੁਗੋ ਜੁਗ ਵਡਿਆਈ ਹੋਵੇ। ਆਮੀਨ। ਮਸੀਹ ਯਿਸੂ ਵਿੱਚ ਹਰੇਕ ਸੰਤ ਨੂੰ ਸੁਖ ਸਾਂਦ ਆਖਣਾ, ਅਤੇ ਮੇਰੇ ਨਾਲ ਜਿਹੜੇ ਭਾਈ ਹਨ
ਤੁਹਾਨੂੰ ਸੁਖ ਸਾਂਦ ਆਖਦੇ ਹਨ ਅਤੇ ਸਾਰੇ ਸੰਤ, ਖਾਸ ਕਰਕੇ ਜੋ ਕੈਸਰ ਦੇ ਘਰ ਵਿੱਚੋਂ ਹਨ, ਤੁਹਾਨੂੰ ਸੁਖ ਸਾਂਦ ਆਖਦੇ ਹਨ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੁੰਦੀ ਰਹੇ।